ਗਲੋਬਲ ਝਾਤ ਚੈਨਲ ਦੇ ਪ੍ਰੋਗਰਾਮ ਇੰਡੀਅਨ ਪੋਲਿਟੀ ਦੇ ਵਿੱਚ ਤੁਹਾਡਾ ਸਵਾਗਤ ਆ। ਮੈਂ ਗੁਰਲਾਲ ਸਿੰਘ ਸਿੱਧੂ। ਅੱਜ ਆਪਾਂ ਗੱਲ ਕਰਾਂਗੇ ਯੂਨੀਅਨ ਐਗਜ਼ੈਕਟਿਵ ਦੀ। ਯੂਨੀਅਨ ਐਗਜ਼ੈਕਟਿਵ ਦਾ ਵਰਣਨ ਸੰਵਿਧਾਨ ਦੇ ਆਰਟੀਕਲ 52 ਤੋਂ 78 ਦੇ ਦਰਮਿਆਨ ਕੀਤਾ ਗਿਆ। ਯੂਨੀਅਨ ਐਗਜ਼ੈਕਟਿਵ ਦੇ ਵਿੱਚ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਕੌਂਸਲ ਆਫ ਮਿਨਿਸਟਰਸ ਅਤੇ ਅਟਾਰਨੀ ਜਨਰਲ ਆਫ ਇੰਡੀਆ ਆਉਂਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦ ਪ੍ਰੈਜ਼ੀਡੈਂਟ ਦੀ, ਰਾਸ਼ਟਰਪਤੀ ਦੀ। ਰਾਸ਼ਟਰਪਤੀ ਫਸਟ ਸਿਟੀਜ਼ਨ ਆਫ ਇੰਡੀਆ ਹੁੰਦਾ ਤੇ ਰਾਸ਼ਟਰਪਤੀ ਦੀ ਜਿਹੜੀ ਚੋਣ ਆ, ਜਿਹੜਾ ਇਲੈਕਸ਼ਨ ਆ, ਉਹ ਇਨਡਾਇਰੈਕਟਲੀ ਹੁੰਦਾ। ਇਨਡਾਇਰੈਕਟਲੀ ਮਤਲਬ ਸਾਡੇ ਦੁਆਰਾ ਚੁਣੇ ਹੋਏ ਐਮਪੀਜ਼ ਤੇ ਐਮਐਲਏ ਆਪਣਾ ਵੋਟ ਪਾ ਕੇ ਪ੍ਰੈਜ਼ੀਡੈਂਟ ਦੀ ਚੋਣ ਕਰਦੇ ਆ। ਇਹਨਾਂ ਦੇ ਵਿੱਚ ਜੋ ਇਹ ਚੋਣ ਸਿਸਟਮ ਹੈ ਇਹਨੂੰ ਇਲੈਕਟੋਰਲ ਕਾਲਜ ਕਹਿੰਦੇ ਆ। ਔਰ ਇਲੈਕਟੋਰਲ ਕਾਲਜ ਦੇ ਵਿੱਚ ਇਲੈਕਟਡ ਮੈਂਬਰ ਆਫ ਬੋਥ ਹਾਊਸਸ ਆਫ ਪਾਰਲੀਮੈਂਟ ਦੇ ਦੋ ਹਾਊਸ ਨੇ, ਲੋਕ ਸਭਾ ਤੇ ਰਾਜ ਸਭਾ, ਅਪਰ ਹਾਊਸ ਤੇ ਲੋਅਰ ਹਾਊਸ। ਉਹਨਾਂ ਦੋਨਾਂ ਹਾਊਸਸ ਦੇ ਇਲੈਕਟਡ ਮੈਂਬਰਸ। ਦੂਸਰਾ, ਇਲੈਕਟਡ ਮੈਂਬਰਸ ਜਿਹੜੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਹੁੰਦੇ ਨੇ, ਸਟੇਟਾਂ ਦੇ ਵਿੱਚ ਜਿਹੜੀਆਂ ਅਸੈਂਬਲੀਜ਼ ਹੁੰਦੀਆਂ ਨੇ ਉਹਨਾਂ ਦੇ ਇਲੈਕਟਡ ਮੈਂਬਰਸ। ਅਤੇ ਇਲੈਕਟਡ ਮੈਂਬਰ ਯੂਟੀ ਦੇ, ਦਿੱਲੀ ਤੇ ਪੁਡੂਚੇਰੀ ਦੇ ਵਿੱਚ ਯੂਟੀ ਇੱਕ ਹੈਗੀ ਆ ਤੇ ਉੱਥੇ ਉਹਨਾਂ ਦੀ ਅਸੈਂਬਲੀ ਹੁੰਦੀ ਆ। ਉਸ ਅਸੈਂਬਲੀ ਦੇ ਇਲੈਕਟਡ ਮੈਂਬਰ ਇਹਦੇ ਵਿੱਚ ਹਿੱਸਾ ਲੈਂਦੇ ਆ। ਜਿਹੜੇ ਨੋਮੀਨੇਟਡ ਮੈਂਬਰ ਨੇ, ਭਲਾ ਉਹ ਸਟੇਟ ਅਸੈਂਬਲੀ ਦੇ ਵਿੱਚ ਹੋਵੇ ਜਾਂ ਉਹ ਸਟੇਟ ਲੈਜਿਸਲੇਟਿਵ ਕਾਊਂਸਲ ਦੇ ਵਿੱਚ ਹੋਣ ਜਾਂ ਉਹ ਦਿੱਲੀ ਤੇ ਪੁਡੂਚੇਰੀ ਦੇ ਵਿੱਚ ਜਾਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਜਿੰਨੇ ਵੀ ਇਲੈਕਟਡ ਮੈਂਬਰ ਨੇ ਉਹ ਪ੍ਰੈਜ਼ੀਡੈਂਟ ਦੀ ਚੋਣ ਦੇ ਵਿੱਚ ਹਿੱਸਾ ਨਹੀਂ ਲੈਂਦੇ। ਇਸ ਤੋਂ ਇਲਾਵਾ ਜਿਹੜੀ ਵੋਟ ਵੈਲਿਊ ਆ, ਹਰੇਕ ਐਮਐਲਏ ਦੀ ਵੋਟ ਵੈਲਿਊ ਇੱਕ ਨਹੀਂ ਹੁੰਦੀ, ਇੱਕ ਤੋਂ ਜ਼ਿਆਦਾ ਹੁੰਦੀ ਹੈ। ਔਰ ਉਹ ਵੋਟ ਵੈਲਿਊ ਕੱਢਣ ਦਾ ਜਿਹੜਾ ਫਾਰਮੂਲਾ ਉਹ ਟੋਟਲ ਨੰਬਰ ਆਫ ਪਾਪੂਲੇਸ਼ਨ ਆਫ ਦਾ ਸਟੇਟ, ਜਿਹੜੀ ਵੀ ਸਟੇਟ ਦੇ ਵਿੱਚੋਂ ਉਹਦੀ ਵੈਲਿਊ ਕੱਢਣੀ ਆ, ਉਸ ਦੀ ਟੋਟਲ ਪਾਪੂਲੇਸ਼ਨ ਓਵਰ ਟੋਟਲ ਨੰਬਰ ਆਫ ਮੈਂਬਰ ਜਿਹੜੇ ਉਸ ਸਟੇਟ ਅਸੈਂਬਲੀ ਦੇ ਵਿੱਚ ਚੁਣੇ ਗਏ ਆ, ਉਹ ਇਨਟੂ 1/1000। ਇਹ ਫਾਰਮੂਲਾ ਇੱਕ ਐਮਐਲਏ ਦੀ ਵੋਟ ਵੈਲਿਊ ਕੱਢਣ ਦਾ। ਜਿਵੇਂ ਟੋਟਲ ਨੰਬਰ ਆਫ ਵੋਟ ਵੈਲਿਊ ਆਫ ਐਮਐਲਏ ਕੱਢਣ ਦਾ ਫਾਰਮੂਲਾ, ਇਸੇ ਤਰ੍ਹਾਂ ਹੀ ਇੱਕ ਐਮਪੀ ਦੀ ਵੋਟ ਵੈਲਿਊ ਵੀ ਇੱਕ ਫਾਰਮੂਲੇ ਨਾਲ ਕੱਢੀ ਜਾਂਦੀ ਹੈ, ਜਿਸ ਦੇ ਵਿੱਚ ਟੋਟਲ ਵੈਲਿਊ ਆਫ ਵੋਟਸ ਆਫ ਆਲ ਐਮਐਲਏਜ਼ ਆਫ ਆਲ ਸਟੇਟ, ਜਿੰਨੀਆਂ ਸਟੇਟਾਂ ਦੇ ਐਮਐਲਏ ਆ ਉਹਨਾਂ ਦੀ ਟੋਟਲ ਵੋਟ ਵੈਲਿਊ ਓਵਰ ਟੋਟਲ ਨੰਬਰ ਆਫ ਇਲੈਕਟਡ ਮੈਂਬਰਸ ਆਫ ਪਾਰਲੀਮੈਂਟ, ਜਿੰਨੇ ਪਾਰਲੀਮੈਂਟ ਦੇ ਵਿੱਚ ਇਲੈਕਟਡ ਮੈਂਬਰ ਹੋਏ ਆ ਉਹ ਕਰਕੇ ਤੇ ਇੱਕ ਐਮਐਲਏ ਦੀ ਵੋਟ, ਇੱਕ ਐਮਪੀ ਦੀ ਵੋਟ ਵੈਲਿਊ ਕੱਢੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਪ੍ਰੈਜ਼ੀਡੈਂਟ ਨੂੰ ਇਲੈਕਟਡ ਜਾਂ ਜੇਤੂ ਡਿਕਲੇਅਰ ਕਰਨ ਲਈ ਇੱਕ ਫਿਕਸਡ ਕੋਟਾ ਰੱਖਿਆ ਗਿਆ ਤਾਂ ਜੋ ਕਲੀਅਰ ਕੱਟ ਮੈਜੋਰਿਟੀ ਨੂੰ ਅਚੀਵ ਕੀਤਾ ਜਾ ਸਕੇ। ਉਹ ਕਿੰਨਾ ਹੋਏਗਾ ਫਿਕਸਡ ਕੋਟਾ? ਇੱਕ ਫਿਕਸ ਹਰ ਵਾਰ ਹਰ ਜਿਹੜੀ ਆਪਣੇ ਪ੍ਰੈਜ਼ੀਡੈਂਟ ਦੀ ਚੋਣ ਆ ਉਹਦੇ ਵਿੱਚ ਇਹ ਕੋਟਾ ਕੱਢਿਆ ਜਾਂਦਾ, ਫਿਕਸਡ ਕੋਟਾ। ਇਹਦਾ ਫਾਰਮੂਲਾ ਟੋਟਲ ਨੰਬਰ ਆਫ ਵੈਲਿਡ ਵੋਟ ਪੋਲਡ, ਜਿੰਨੀਆਂ ਵੈਲਿਡ ਵੋਟਸ ਪੋਲ ਹੋਈਆਂ ਉਹ ਓਵਰ 1+1 ਬ੍ਰੈਕਟ ਦੇ ਵਿੱਚ 2+1। ਕੁਆਲੀਫਿਕੇਸ਼ਨ ਪ੍ਰੈਜ਼ੀਡੈਂਟ ਬਣਨ ਦੇ ਲਈ ਪਹਿਲਾਂ ਤਾਂ ਉਹ ਇੰਡੀਅਨ ਸਿਟੀਜ਼ਨ ਹੋਵੇ, ਦੂਸਰਾ ਉਸ ਦੀ ਏਜ 35 ਸਾਲ ਜਾਂ ਇਸ ਤੋਂ ਵੱਧ ਹੋ ਸਕਦੀ ਆ, ਤੇ ਤੀਸਰਾ ਉਹਦੇ ਕੋਲੇ ਕੋਈ ਆਫਿਸ ਆਫ ਪ੍ਰੋਫਿਟ ਨਾ ਹੋਵੇ। ਆਫਿਸ ਆਫ ਪ੍ਰੋਫਿਟ ਦਾ ਮਤਲਬ ਲਾਭ ਦਾ ਅਹੁਦਾ ਨਾ ਹੋਵੇ। ਲਾਭ ਦਾ ਅਹੁਦਾ ਕਿਹਨੂੰ ਗਿਣਿਆ ਜਾਂਦਾ? ਯੂਨੀਅਨ ਦੇ ਵਿੱਚ, ਸੈਂਟਰ ਦੇ ਵਿੱਚ ਕੋਈ ਜੌਬ, ਸਟੇਟ ਦੀ ਕੋਈ ਜੌਬ ਜਾਂ ਲੋਕਲ ਅਥਾਰਟੀ ਦੀ ਕੋਈ ਜੌਬ ਵਗੈਰਾ ਉਹ ਨਾ ਕਰਦਾ ਹੋਵੇ। ਇੱਥੇ ਇੱਕ ਗੱਲ ਨੋਟ ਕਰਨ ਵਾਲੀ ਆ ਕਿ ਸਿਟਿੰਗ ਐਮਐਲਏ, ਐਮਪੀ, ਗਵਰਨਰ, ਸਿਟਿੰਗ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ, ਇਹਨਾਂ ਦੇ ਅਹੁਦਿਆਂ ਨੂੰ ਲਾਭ ਦਾ ਅਹੁਦਾ, ਪ੍ਰੋਫਿਟ ਆਫ ਆਫਿਸ ਨਹੀਂ ਗਿਣਿਆ ਜਾਂਦਾ। ਮਤਲਬ ਇਹ ਲੋਕ ਚੋਣ ਲੜ ਸਕਦੇ ਨੇ। ਕਿਸੇ ਵੀ ਕੈਂਡੀਡੇਟ ਦੇ ਦੁਆਰਾ ਪ੍ਰੈਜ਼ੀਡੈਂਟ ਦੀ ਨੋਮੀਨੇਸ਼ਨ ਦੇ ਲਈ 50 ਇਲੈਕਟਰਸ ਐਜ਼ ਪ੍ਰਪੋਜ਼ਰਸ, ਮਤਲਬ 50 ਐਮਪੀ ਵਗੈਰਾ ਜਿਹੜੇ ਹੈਗੇ ਨੇ ਉਹਨਾਂ ਦੁਆਰਾ ਉਹਦਾ ਨਾਂ ਪ੍ਰਪੋਜ਼ ਕੀਤਾ ਜਾਣਾ ਚਾਹੀਦਾ, ਤੇ 50 ਇਲੈਕਟਰਸ ਐਜ਼ ਸੈਕੰਡਰਸ ਤੇ 50 ਇਲੈਕਟਰਸ ਨੇ ਜਿਹੜੇ ਇਲੈਕਟੋਰਲ ਕਾਲਜ ਦੇ ਵਿੱਚੋਂ, ਉਹਨਾਂ ਨੂੰ ਉਹਦੀ ਸਪੋਰਟ ਮਤਲਬ ਕਰਨੀ ਹੁੰਦੀ ਹੈ, ਫਿਰ ਉਹਨਾਂ ਦੀ ਨੋਮੀਨੇਸ਼ਨ ਹੁੰਦੀ ਆ।
जो कैंਡੀਡੇਟਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਲਈ ਕੰਟੈਸਟ ਕਰ ਰਹੇ ਆ ਉਹਨਾਂ ਨੂੰ 15,000 ਰੁਪਏ RBI ਦੇ ਵਿੱਚ ਐਜ਼ ਆ ਸਿਕਿਉਰਿਟੀ ਜਮ੍ਹਾਂ ਕਰਾਉਣੇ ਪੈਂਦੇ ਆ। ਜੇਕਰ ਉਹ 1/6 ਮਤਲਬ 1/6% ਵੋਟਾਂ ਅਚੀਵ ਕਰ ਲੈਂਦੇ ਆ ਤਾਂ ਉਹਨਾਂ ਦੀ ਇਹ ਸਿਕਿਉਰਿਟੀ ਵਾਪਸ ਹੋ ਜਾਂਦੀ ਹੈ, ਨਹੀਂ ਤਾਂ ਸੀਜ਼ ਹੋ ਜਾਂਦੀ ਆ। ਜਿੱਤੇ ਹੋਏ ਕੈਂਡੀਡੇਟ ਨੂੰ ਸਹੁੰ ਚੁਕਾਈ ਜਾਂਦੀ ਆ ਚੀਫ ਜਸਟਿਸ ਆਫ ਇੰਡੀਆ ਦੇ ਦੁਆਰਾ। ਜੇਕਰ ਕਿਸੇ ਕੇਸ ਦੇ ਵਿੱਚ ਕਿਸੇ ਕੇਸ ਕਰਕੇ ਕਿਸੇ ਕਾਰਨਵਸ਼ ਚੀਫ ਜਸਟਿਸ ਆਫ ਇੰਡੀਆ ਮੌਜੂਦ ਨਹੀਂ ਤਾਂ ਉਸ ਤੋਂ ਅਗਲਾ ਸੀਨੀਅਰ ਮੋਸਟ ਜੱਜ ਸੁਪਰੀਮ ਕੋਰਟ ਦਾ ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦਾ। ਰਾਸ਼ਟਰਪਤੀ ਕੋਲੇ ਅਧਿਕਾਰ ਤੇ ਇਮਿਊਨਿਟੀਜ਼ ਜਿਹੜੇ ਉਹਦੇ ਹੱਕ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਕਿਸੇ ਫਾਰ ਐਗਜ਼ਾਮਪਲ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਉਹਨਾਂ ਤੇ ਕ੍ਰਿਮੀਨਲ ਕੇਸ ਨਹੀਂ ਚਲਾਇਆ ਜਾ ਸਕਦਾ। ਹਾਂ, ਉਹਨਾਂ ਤੇ ਸਿਵਲ ਪ੍ਰੋਸੀਡਿੰਗ ਸਿਵਲ ਜਿਹੜਾ ਹੈਗਾ ਉਹ ਕੇਸ ਚਲਾਇਆ ਜਾ ਸਕਦਾ, ਪਰ ਕ੍ਰਿਮੀਨਲ ਕੇਸ ਨਹੀਂ ਚਲਾਇਆ ਜਾ ਸਕਦਾ। ਈਵਨ ਕਿ ਉਹਦਾ ਬੇਸ਼ੱਕ ਪਰਸਨਲ ਐਕਟ ਵੀ ਕਿਉਂ ਨਾ ਹੋਵੇ, ਉਹਨੂੰ ਕ੍ਰਿਮੀਨਲ ਕੇਸ ਦੇ ਵਿੱਚ ਨਹੀਂ ਸ਼ਾਮਲ ਕੀਤਾ ਜਾ ਸਕਦਾ। ਟਰਮ ਇੰਪੀਚਮੈਂਟ ਤੇ ਵੈਕੈਂਸੀ ਪ੍ਰੈਜ਼ੀਡੈਂਟ 5 ਸਾਲ ਲਈ ਚੁਣਿਆ ਜਾਂਦਾ ਤੇ ਪ੍ਰੈਜ਼ੀਡੈਂਟ ਜੇ ਚਾਹਵੇ ਤਾਂ ਉਸ ਤੋਂ ਪਹਿਲਾਂ ਵੀ ਰਿਜ਼ਾਈਨ ਦੇ ਸਕਦਾ ਐਡਰੈਸ ਟੂ ਵਾਈਸ ਪ੍ਰੈਜ਼ੀਡੈਂਟ, ਤੇ ਜੇ ਵਾਈਸ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਦੇਣਾ ਹੋਵੇ ਤਾਂ ਉਹ ਪ੍ਰੈਜ਼ੀਡੈਂਟ ਨੂੰ ਦਿੰਦਾ। ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਨੂੰ ਆਪਣੀ ਮਿਆਦ ਪੁੱਗਣ ਤੋਂ ਪਹਿਲਾਂ ਇੰਪੀਚਮੈਂਟ ਪ੍ਰੋਸੈਸ ਰਾਹੀਂ ਅਹੁਦੇ ਤੋਂ ਹਟਾਇਆ ਜਾ ਸਕਦਾ ਤੇ ਕੋਈ ਵੀ ਪ੍ਰੈਜ਼ੀਡੈਂਟ ਇੱਕ ਤੋਂ ਵੱਧ ਵਾਰ ਵੀ ਚੋਣ ਲੜ ਸਕਦਾ। ਇੰਪੀਚਮੈਂਟ ਦੀ ਗੱਲ ਆਪਾਂ ਅੱਗੇ ਕਰਦੇ ਹਾਂ। ਰਾਸ਼ਟਰਪਤੀ ਨੂੰ ਇੰਪੀਚਮੈਂਟ ਦੇ ਪ੍ਰੋਸੀਜਰ ਦੇ ਦੁਆਰਾ ਆਪਣੀ ਮਿਆਦ ਪੁੱਗਣ ਤੋਂ ਪਹਿਲਾਂ ਅਹੁਦੇ ਤੋਂ ਹਟਾਇਆ ਜਾ ਸਕਦਾ। ਇੰਪੀਚਮੈਂਟ ਮਹਾਦੋਸ਼ ਉਦੋਂ ਲੱਗਦਾ ਜਦੋਂ ਰਾਸ਼ਟਰਪਤੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੌਂਸਟੀਟਿਊਸ਼ਨਲ ਵਾਇਲੇਸ਼ਨ ਦਾ ਦੋਸ਼ ਲੱਗੇ। ਇੰਪੀਚਮੈਂਟ ਪ੍ਰੋਸੀਜਰ ਕਿਸੇ ਵੀ ਹਾਊਸ ਦੇ ਵਿੱਚ ਸ਼ੁਰੂ ਕੀਤਾ ਜਾ ਸਕਦਾ, ਲੋਕ ਸਭਾ 'ਚ ਵੀ ਕੀਤਾ ਜਾ ਸਕਦਾ ਤੇ ਰਾਜ ਸਭਾ ਦੇ ਵਿੱਚ ਵੀ ਕੀਤਾ ਜਾ ਸਕਦਾ। ਜਿਹੜੇ ਵੀ ਹਾਊਸ ਦੇ ਵਿੱਚ ਸ਼ੁਰੂ ਕੀਤਾ ਉਹਦੇ 1/4 ਮੈਂਬਰਾਂ ਦੇ ਦੁਆਰਾ ਇਹਦੇ ਤੇ ਸਾਈਨ ਹੋਏ ਹੋਣੇ ਜ਼ਰੂਰੀ ਆ। ਇਸ ਤੋਂ ਇਲਾਵਾ 14 ਦਿਨ ਦਾ ਨੋਟਿਸ ਰਾਸ਼ਟਰਪਤੀ ਨੂੰ ਦੇਣਾ ਪੈਂਦਾ ਤੇ ਜਿਹੜੇ ਹਾਊਸ ਦੇ ਵਿੱਚ ਇਹ ਸ਼ੁਰੂ ਹੋਇਆ ਇੰਪੀਚਮੈਂਟ ਪ੍ਰੋਸੈਸ ਉਹਦੇ ਵਿੱਚੋਂ 2/3 2/3 ਮੈਜੋਰਟੀ ਦੇ ਨਾਲ ਪਾਸ ਹੋਣਾ ਜ਼ਰੂਰੀ ਆ। ਰਾਸ਼ਟਰਪਤੀ ਨੂੰ ਇਹ ਹੱਕ ਆ ਕਿ ਉਹ ਇਸ ਤਰ੍ਹਾਂ ਦੀ ਇੰਪੀਚਮੈਂਟ ਇਨਵੈਸਟੀਗੇਸ਼ਨ ਦੇ ਵਿੱਚ ਅਪੀਅਰ ਹੋ ਸਕਦਾ ਤੇ ਇਸੇ ਤਰ੍ਹਾਂ ਹੀ ਇੱਕ ਹਾਊਸ ਦੇ ਵੱਲੋਂ ਪਾਸ ਹੋ ਕੇ 2/3 ਮੈਜੋਰਟੀ ਦੇ ਦੁਆਰਾ ਦੂਜੇ ਹਾਊਸ ਦੇ ਵਿੱਚ ਵੀ ਇਹ 2/3 ਮੈਜੋਰਟੀ ਨਾਲ ਪਾਸ ਹੋਣਾ ਜ਼ਰੂਰੀ ਹੈ। ਜੇਕਰ ਦੂਜੇ ਹਾਊਸ ਦੇ ਵਿੱਚੋਂ 2/3 ਮੈਜੋਰਟੀ ਨਾਲ ਪਾਸ ਹੋ ਜਾਂਦਾ ਤਾਂ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ। ਇਹ ਜਿਹੜਾ ਇੰਪੀਚਮੈਂਟ ਪ੍ਰੋਸੈਸ ਆ ਇਹਨੂੰ ਕੁਐਸੀ ਜੁਡੀਸ਼ੀਅਲ ਪ੍ਰੋਸੀਜਰ ਕਹਿੰਦੇ ਆ ਤੇ ਇਸ ਇੰਪੀਚਮੈਂਟ ਪ੍ਰੋਸੈਸ ਦੇ ਵਿੱਚ ਨੋਮੀਨੇਟਡ ਮੈਂਬਰ ਜਿਹੜੇ ਆ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲਿਆ ਸੀ ਉਹ ਇਸ ਦੇ ਵਿੱਚ ਹਿੱਸਾ ਲੈ ਸਕਦੇ ਆ। ਇੱਥੇ ਯਾਦ ਰਹੇ ਕਿ ਸਟੇਟ ਲੈਜਿਸਲੇਟਿਵ ਅਸੈਂਬਲੀਆਂ ਦੇ ਮੈਂਬਰ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਵੋਟਿੰਗ ਕੀਤੀ ਸੀ ਪਰ ਉਸ ਦੇ ਇੰਪੀਚਮੈਂਟ ਦੇ ਵਿੱਚ ਇਹ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਤੇ ਯੂਟੀ ਦੇ ਦਿੱਲੀ ਤੇ ਪੁਡੂਚੇਰੀ ਦੇ ਮੈਂਬਰ ਜਿਹੜੇ ਨੇ ਉਹ ਹਿੱਸਾ ਨਹੀਂ ਲੈਂਦੇ। ਆਪਾਂ ਕਰਦੇ ਹਾਂ ਪ੍ਰੈਜ਼ੀਡੈਂਟ ਦੀਆਂ ਪਾਵਰਸ। ਪ੍ਰੈਜ਼ੀਡੈਂਟ ਦੀਆਂ ਪਾਵਰਸ ਨੂੰ ਅੱਗੇ ਕੈਟਾਗਰੀਜ਼ ਦੇ ਵਿੱਚ ਵੰਡਿਆ ਗਿਆ, ਜਿਵੇਂ ਐਗਜ਼ੈਕਟਿਵ ਪਾਵਰਸ, ਲੈਜਿਸਲੇਟਿਵ ਪਾਵਰਸ, ਫਾਈਨੈਂਸ਼ੀਅਲ ਪਾਵਰਸ, ਜੁਡੀਸ਼ਰੀ ਪਾਵਰਸ, ਮਿਲਟਰੀ ਪਾਵਰਸ ਤੇ ਐਮਰਜੈਂਸੀ ਪਾਵਰਸ। ਰਾਸ਼ਟਰਪਤੀ ਦੀਆਂ ਬਹੁਤ ਸਾਰੀ ਪਾਵਰਸ ਦੇ ਵਿੱਚੋਂ ਆਪਾਂ ਗੱਲ ਕਰਾਂਗੇ ਐਗਜ਼ੈਕਟਿਵ ਪਾਵਰਸ ਦੀ। ਅਸਲ ਦੇ ਵਿੱਚ ਦੁਨੀਆ ਦੇ ਵਿੱਚ ਡੈਮੋਕ੍ਰੇਸੀਜ਼ ਜਿੰਨੀਆਂ ਵੀ ਕੰਟਰੀਜ਼ ਨੇ ਉਹ ਦੋ ਤਰ੍ਹਾਂ ਦੀ ਡੈਮੋਕ੍ਰੇਸੀ ਚੱਲਦੀ ਆ, ਇੱਕ ਪਾਰਲੀਮੈਂਟਰੀ ਡੈਮੋਕ੍ਰੇਸੀ ਤੇ ਦੂਸਰੀ ਪ੍ਰੈਜ਼ੀਡੈਂਸ਼ੀਅਲ ਡੈਮੋਕ੍ਰੇਸੀ। ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਪਾਰਲੀਮੈਂਟ ਸੁਪਰੀਮ ਹੁੰਦੀ ਆ ਤੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਨੋਮੀਨਲ ਕੌਂਸਟੀਟਿਊਸ਼ਨ ਹੈੱਡ ਹੁੰਦਾ, ਮਤਲਬ ਨਾ ਮਾਤਰ ਕਾਰਜਪਾਲਿਕਾ ਮੁਖੀ ਹੁੰਦਾ। ਆਲ ਪਾਵਰਸ ਜਿਹੜੀਆਂ ਨੇ ਉਹ ਪਾਰਲੀਮੈਂਟ ਦੁਆਰਾ ਯੂਜ਼ ਕੀਤੀਆਂ ਜਾਂਦੀਆਂ ਪ੍ਰਧਾਨ ਮੰਤਰੀ ਦੇ ਥਰੂ, ਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚ ਸਾਰੀਆਂ ਪਾਵਰਸ ਪ੍ਰੈਜ਼ੀਡੈਂਟ ਦੇ ਦੁਆਰਾ ਵਰਤੀਆਂ ਜਾਂਦੀਆਂ ਨੇ। ਤਾਂ ਆਪਣੇ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਡੈਮੋਕ੍ਰੇਸੀ ਆ ਜਿੱਥੇ ਰੀਅਲ
ਜਿਹੜਾ ਕਨਸਟੀਟਿਊਸ਼ਨ ਰੀਅਲ ਐਗਜ਼ੈਕਟਿਵ ਆ ਉਹ ਪ੍ਰਾਈਮ ਮਿਨਿਸਟਰ ਆ ਤੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਨੋਮੀਨਲ ਕਨਸਟੀਟਿਊਸ਼ਨਲ ਹੈੱਡ ਹੁੰਦਾ। ਤਾਂ ਆਪਾਂ ਗੱਲ ਕਰਦੇ ਆ ਐਗਜ਼ੈਕਟਿਵ ਪਾਵਰਸ ਦੀ। ਜਿੰਨੇ ਤਰ੍ਹਾਂ ਦੇ ਐਗਜ਼ੈਕਟਿਵ ਐਕਸ਼ਨਸ ਨੇ, ਜਿੰਨੇ ਤਰ੍ਹਾਂ ਦੀ ਇੰਪਲੀਮੈਂਟੇਸ਼ਨ ਆ, ਉਹ ਰਾਸ਼ਟਰਪਤੀ ਦੇ ਨਾਮ ਤੇ ਹੁੰਦੀ ਆ। ਦੂਸਰਾ, ਪਾਰਲੀਮੈਂਟ ਦੇ ਵਿੱਚ ਬਹੁਮਤ ਹਾਸਲ ਕਰਨ ਵਾਲੀ ਪਾਰਟੀ ਦੇ ਲੀਡਰ ਨੂੰ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਰਾਸ਼ਟਰਪਤੀ ਅਪੁਆਇੰਟ ਕਰਦਾ। SC ਜਾਂ ST ਦੇ ਵਿੱਚ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੇ ਲਈ ਕਮਿਸ਼ਨ ਦੀ ਕਮਿਸ਼ਨ ਦੀ ਅਪੁਆਇੰਟਮੈਂਟ ਵੀ ਰਾਸ਼ਟਰਪਤੀ ਕਰਦਾ। ਅਟਾਰਨੀ ਜਨਰਲ ਆਫ ਇੰਡੀਆ, ਜਿਹਨੂੰ ਫਸਟ ਲਾਅ ਅਫਸਰ ਵੀ ਕਹਿੰਦੇ ਆ, ਉਹਦੀ ਅਪੁਆਇੰਟਮੈਂਟ ਵੀ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨਰ, ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਵੀ ਹੁੰਦੇ ਆ ਤੇ ਯੂਨੀਅਨ ਦੇ ਵਿੱਚ ਵੀ ਇਲੈਕਸ਼ਨ ਕਮਿਸ਼ਨਰ ਹੁੰਦੇ ਆ, ਉਹਨਾਂ ਦੀ ਅਪੁਆਇੰਟਮੈਂਟ ਵੀ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਆ। ਚੀਫ ਇਲੈਕਸ਼ਨ ਕਮਿਸ਼ਨਰ ਦੀ ਤੇ ਦੂਜੇ ਉਹਦੇ ਨਾਲ ਜੋ ਦੋ ਅਦਰ ਇਲੈਕਸ਼ਨ ਕਮਿਸ਼ਨਰ ਨੇ, ਉਹਨਾਂ ਦੀ ਅਪੁਆਇੰਟਮੈਂਟ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆ। ਇਸ ਤੋਂ ਇਲਾਵਾ UPSC, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਸ ਦੀ ਅਪੁਆਇੰਟਮੈਂਟ ਵੀ ਰਾਸ਼ਟਰਪਤੀ ਕਰਦਾ। ਰਾਜਾਂ ਦੇ ਵਿੱਚ ਗਵਰਨਰ ਦੀ ਅਪੁਆਇੰਟਮੈਂਟ ਵੀ ਰਾਸ਼ਟਰਪਤੀ ਕਰਦਾ। ਰਾਜਾਂ ਦੇ ਵਿੱਚ ਜੋ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਦੁਆਰਾ ਮੁੱਖ ਮੰਤਰੀ ਤੇ ਜਿੱਥੇ ਸਟੇਟ ਲੈਜਿਸਲੇਟਿਵ ਕਾਉਂਸਲਾਂ ਹੈਗੀਆਂ, ਉੱਥੇ ਇਹ ਸਾਰਾ ਸਿਸਟਮ ਇਸ ਤਰ੍ਹਾਂ ਹੀ ਵਰਕ ਕਰਦਾ ਜਿਵੇਂ ਸੈਂਟਰ ਦੇ ਵਿੱਚ, ਯੂਨੀਅਨ ਦੇ ਵਿੱਚ ਪਾਰਲੀਮੈਂਟ ਤੇ ਰਾਸ਼ਟਰਪਤੀ ਕਰਦਾ। ਤਾਂ ਸਟੇਟਾਂ ਦੇ ਵਿੱਚ ਗਵਰਨਰ ਸੈਂਟਰ ਸਰਕਾਰ ਦੀ ਸਲਾਹ ਦੇ ਉੱਤੇ ਰਾਸ਼ਟਰਪਤੀ ਅਪੁਆਇੰਟ ਕਰਦਾ। ਇਸ ਤੋਂ ਇਲਾਵਾ ਫਾਈਨਾਂਸ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆ। ਜਿੱਥੇ UT ਕਿਉਂਕਿ ਯੂਨੀਅਨ ਟੈਰੀਟਰੀ ਆ, ਉਹ ਡਾਇਰੈਕਟ ਪ੍ਰੈਜ਼ੀਡੈਂਟ ਦੇ ਅੰਡਰ ਹੁੰਦੀ ਆ ਤੇ ਪ੍ਰੈਜ਼ੀਡੈਂਟ ਆਪਣੇ ਦੁਆਰਾ ਲਗਾਏ ਗਏ ਐਡਮਿਨਿਸਟ੍ਰੇਟਰ ਦੇ ਥਰੂ ਉਹ UT ਦੇ ਉੱਤੇ ਜੋ ਹੈ ਉਹ ਪ੍ਰਸ਼ਾਸਨ ਕਰਦਾ। ਅੱਗੇ ਆਪਾਂ ਕਰਦੇ ਹਾਂ ਲੈਜਿਸਲੇਟਿਵ ਪਾਵਰਸ। ਲੈਜਿਸਲੇਟਿਵ ਪਾਵਰ ਦੇ ਵਿੱਚ ਰਾਸ਼ਟਰਪਤੀ ਲੋਕ ਸਭਾ ਨੂੰ ਸੰਮਨ ਕਰ ਸਕਦਾ, ਬੁਲਾ ਸਕਦਾ, ਪ੍ਰੋਰੋਗਿਊ ਕਰ ਸਕਦਾ। ਮਤਲਬ ਜਦੋਂ ਇੱਕ ਸੈਸ਼ਨ ਪੂਰਾ ਪਾਰਲੀਮੈਂਟ ਦਾ ਜਿਹੜਾ ਮਹੀਨਾ 35 ਦਿਨ ਜਾਂ 40 ਦਿਨ ਚੱਲਦਾ, ਉਹਨੂੰ ਜਦੋਂ ਖਤਮ ਕੀਤਾ ਜਾਂਦਾ ਤੇ ਦੂਸਰਾ ਸੈਸ਼ਨ ਸ਼ੁਰੂ ਹੋਣ ਤੋਂ ਤੇ ਇੱਕ ਸੈਸ਼ਨ ਖਤਮ ਹੋਣ ਦੇ ਨੂੰ ਖਤਮ ਕਰਨ ਨੂੰ ਪ੍ਰੋਰੋਗਿਊ ਕਹਿੰਦੇ ਆ ਤੇ ਉਹਦੇ ਵਿਚਕਾਰਲੇ ਸਮੇਂ ਨੂੰ ਉਹਨੂੰ ਰਿਸੈਸ ਕਹਿੰਦੇ ਆ। ਤੋਂ ਜਿਹੜਾ ਰਿਸੈਸ ਟਾਈਮ ਆ ਉਹ 6 ਮਹੀਨੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। 6 ਮਹੀਨੇ ਦੇ ਅੰਦਰ ਪਾਰਲੀਮੈਂਟ ਦਾ ਸੈਸ਼ਨ ਬੁਲਾਉਣਾ ਪੈਂਦਾ। ਤਾਂ ਰਾਸ਼ਟਰਪਤੀ ਕੋਲੇ ਪਾਵਰ ਆ ਸੈਸ਼ਨ ਸੰਮਨ ਕਰਨ ਦੀ, ਪ੍ਰੋਰੋਗਿਊ ਕਰਨ ਦੀ, ਡਿਜ਼ੋਲਵ ਕਰਨ ਦੀ। ਡਿਜ਼ੋਲਵ ਮਤਲਬ ਭੰਗ ਕਰਨਾ। ਸੋ ਅੱਗੇ ਜਦੋਂ ਵੀ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਂਦਾ, ਹਰ ਸਾਲ ਪਾਰਲੀਮੈਂਟ ਦੇ ਪਹਿਲੇ ਸੈਸ਼ਨ ਦੇ ਵਿੱਚ ਰਾਸ਼ਟਰਪਤੀ ਪਾਰਲੀਮੈਂਟ ਨੂੰ ਐਡਰੈਸ ਕਰਦਾ। ਇਸ ਤੋਂ ਇਲਾਵਾ ਹਰੇਕ ਜਨਰਲ ਇਲੈਕਸ਼ਨ ਤੋਂ ਬਾਅਦ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੁੰਦਾ, ਉਹਨੂੰ ਵੀ ਰਾਸ਼ਟਰਪਤੀ ਐਡਰੈਸ ਕਰਦਾ। ਰਾਜ ਸਭਾ ਦੇ ਵਿੱਚ 12 ਮੈਂਬਰ ਕਿਸੇ ਸਪੈਸ਼ਲ ਖਾਸ ਕਿਸੇ ਫੀਲਡ ਦੇ ਵਿੱਚ ਨੌਲੇਜ ਰੱਖਣ ਵਾਲੇ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਆ। ਉਹ ਮੈਂਬਰ ਵੀ ਰਾਸ਼ਟਰਪਤੀ ਦੁਆਰਾ ਹੀ ਨੋਮੀਨੇਟ ਕੀਤੇ ਜਾਂਦੇ ਆ। ਇਸ ਤੋਂ ਇਲਾਵਾ ਜੇਕਰ ਕੰਟੀਜੈਂਸੀ ਫੰਡ ਦੇ ਵਿੱਚੋਂ ਕੋਈ ਖਰਚਾ ਕਰਨਾ ਜਾਂ ਕਿਸੇ ਸਟੇਟ ਦੀ ਬਾਉਂਡਰੀ ਅਲਟਰ ਕਰਨੀ ਆ ਜਾਂ ਬਣਾਉਣੀ ਆ, ਤਾਂ ਇਹਦੇ ਲਈ ਰਾਸ਼ਟਰਪਤੀ ਦੀ ਰਿਕਮੈਂਡੇਸ਼ਨ ਹੋਣੀ ਜ਼ਰੂਰੀ ਆ। ਇਸ ਤੋਂ ਇਲਾਵਾ ਜਦੋਂ ਕੋਈ ਵੀ ਬਿੱਲ ਪਾਰਲੀਮੈਂਟ ਦੇ ਦੋਨਾਂ ਸਦਨਾਂ ਦੇ ਵੱਲੋਂ ਪਾਸ ਕਰ ਦਿੱਤਾ ਜਾਂਦਾ, ਤਾਂ ਉਹ ਬਿੱਲ ਇੰਪਲੀਮੈਂਟ ਤਦ ਹੁੰਦਾ ਜਦੋਂ ਉਹਨੂੰ ਰਾਸ਼ਟਰਪਤੀ ਅਪਰੂਵਲ ਦਿੰਦਾ। ਤਾਂ ਹਰੇਕ ਬਿੱਲ ਬਣਨ ਦੇ ਲਈ, ਕਾਨੂੰਨ ਬਣਨ ਦੇ ਲਈ ਰਾਸ਼ਟਰਪਤੀ ਦੀ ਅਪਰੂਵਲ ਜ਼ਰੂਰੀ ਆ। ਰਾਸ਼ਟਰਪਤੀ ਆਰਡੀਨੈਂਸ ਲਿਆ ਸਕਦਾ ਜਿਸ ਦੀ ਮਿਆਦ 6 ਮਹੀਨੇ ਹੁੰਦੀ ਆ। 6 ਮਹੀਨੇ ਤੋਂ ਬਾਅਦ ਉਸ ਨੂੰ ਪਾਰਲੀਮੈਂਟ ਦੇ ਵਿੱਚ ਪਾਸ ਕਰਨਾ ਜ਼ਰੂਰੀ ਆ। ਤਾਂ ਇਹ ਰਾਸ਼ਟਰਪਤੀ ਦੁਆਰਾ ਆਰਡੀਨੈਂਸ ਲਿਆਉਣ ਦੀ ਪਾਵਰ ਵੀ ਹੁੰਦੀ ਆ। ਅੱਗੇ ਫਾਈਨਾਂਸ਼ੀਅਲ ਪਾਵਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਮਨੀ ਬਿੱਲ ਇੰਟਰੋਡਿਊਸ ਕਰਨਾ ਹੁੰਦਾ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ, ਕਿਉਂਕਿ ਮਨੀ ਬਿੱਲ ਲੋਕ ਸਭਾ ਦੇ ਵਿੱਚ ਹੀ ਪਾਸ ਕੀਤਾ ਜਾ ਸਕਦਾ, ਤਾਂ ਮਨੀ ਬਿੱਲ ਨੂੰ ਇੰਟਰੋਡਿਊਸ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਦੀ ਪ੍ਰਾਇਰ ਅਪਰੂਵਲ ਜ਼ਰੂਰੀ ਹੈ। ਡਿਮਾਂਡ ਫਾਰ ਗ੍ਰਾਂਟ ਲਈ ਰਾਸ਼ਟਰਪਤੀ ਤੋਂ ਅਪਰੂਵਲ ਲੈਣੀ ਪੈਂਦੀ ਹੈ ਤੇ ਕੰਟੀਜੈਂਸੀ ਫੰਡ ਦੇ ਵਿੱਚੋਂ ਵੀ ਰਾਸ਼ਟਰਪਤੀ ਐਡਵਾਂਸ ਲੈ ਸਕਦਾ। ਅੱਗੇ ਆਪਾਂ ਦੇਖਦੇ ਹਾਂ ਜੁਡੀਸ਼ੀਅਲ ਪਾਵਰਸ ਦੇ ਵਿੱਚ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੁੰਦਾ,
ਉਹਦੀ ਅਪੁਆਇੰਟਮੈਂਟ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆ। ਇਹਦੇ ਤੋਂ ਇਲਾਵਾ ਰਾਸ਼ਟਰਪਤੀ ਕਿਸੇ ਵੀ ਮੈਟਰ ਦੇ ਉੱਤੇ ਸੁਪਰੀਮ ਕੋਰਟ ਤੋਂ ਐਡਵਾਈਸ ਲੈ ਸਕਦਾ, ਪਰ ਉਹਦੇ ਲਈ ਐਡਵਾਈਸ ਨੂੰ ਮੰਨਣਾ ਨਾ ਮੰਨਣਾ ਉਹਦੀ ਮਰਜ਼ੀ ਆ। ਮਿਲਟਰੀ ਪਾਵਰ ਦੇ ਵਿੱਚ ਕਿਉਂਕਿ ਰਾਸ਼ਟਰਪਤੀ ਡਿਫੈਂਸ ਫੋਰਸਿਸ ਦਾ ਚੀਫ ਕਮਾਂਡਰ ਹੁੰਦਾ, ਚੀਫ ਕਮਾਂਡਰ ਦੇ ਹੋਣ ਦੇ ਨਾਂ 'ਤੇ ਚੀਫ ਆਰਮੀ, ਚੀਫ ਨੇਵੀ ਤੇ ਚੀਫ 에ਅਰ ਫੋਰਸ ਦੀ ਅਪੁਆਇੰਟਮੈਂਟ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆ। ਐਮਰਜੈਂਸੀ ਪਾਵਰਸ ਦੇ ਵਿੱਚ 3 ਪਾਵਰਾਂ ਰਾਸ਼ਟਰਪਤੀ ਕੋਲੇ ਐਮਰਜੈਂਸੀ ਨਾਲ ਨਜਿੱਠਣ ਦੇ ਲਈ ਹੈਗੀਆਂ ਨੇ, ਜਿਸ ਦੇ ਵਿੱਚ ਨੈਸ਼ਨਲ ਐਮਰਜੈਂਸੀ, ਜੇਕਰ ਰਾਸ਼ਟਰੀ ਕੋਈ ਆਪਾਤਕਾਲੀਨ ਕੋਈ ਐਮਰਜੈਂਸੀ ਆ ਜੇ ਤਾਂ ਰਾਸ਼ਟਰਪਤੀ 352 ਆਰਟੀਕਲ ਦੇ ਜ਼ਰੀਏ ਐਮਰਜੈਂਸੀ ਲਗਾ ਸਕਦਾ ਰਾਸ਼ਟਰ ਦੇ ਵਿੱਚ। ਇਸ ਤੋਂ ਇਲਾਵਾ ਪ੍ਰੈਜ਼ੀਡੈਂਟਸ ਰੂਲ, ਰਾਸ਼ਟਰਪਤੀ ਰਾਜ ਲਾਗੂ ਕਰ ਸਕਦਾ ਜੇਕਰ ਰਾਸ਼ਟਰਪਤੀ ਨੂੰ ਗਵਰਨਰ ਦੇ ਦੁਆਰਾ ਇਹ ਲਿਖਤ ਦੇ ਵਿੱਚ ਮਿਲੇ ਕਿ ਉਸ ਸਟੇਟ ਦੀ ਮਸ਼ੀਨਰੀ ਜਿਹੜੀ ਆ ਉਹ ਕਨਸਟੀਟਿਊਸ਼ਨ ਦੇ ਅਕੋਰਡਿੰਗ ਨਹੀਂ ਚੱਲ ਰਹੀ ਜਾਂ ਉੱਥੇ ਸੰਵਿਧਾਨਕ ਢਾਂਚਾ ਫੇਲ ਹੋ ਚੁੱਕਿਆ, ਤਾਂ ਰਾਸ਼ਟਰਪਤੀ 356 ਤੇ 365 ਦੇ ਅਧੀਨ ਉਸ ਸਟੇਟ ਦੇ ਨੂੰ ਆਪਣੇ ਹੱਥ ਵਿੱਚ ਲੈ ਸਕਦਾ। ਇਸ ਤੋਂ ਇਲਾਵਾ ਫਾਈਨੈਂਸ਼ੀਅਲ ਐਮਰਜੈਂਸੀ 360 ਆਰਟੀਕਲ ਦੇ ਵਿੱਚ ਦੇ ਜ਼ਰੀਏ ਲਾ ਸਕਦਾ, ਔਰ ਲੱਕਲੀ ਭਾਰਤ ਦੇ ਵਿੱਚ ਅੱਜ ਤੱਕ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲੱਗੀ। ਇਸ ਤੋਂ ਇਲਾਵਾ ਰਾਸ਼ਟਰਪਤੀ ਕੋਲ ਪਾਰਡਨਿੰਗ ਪਾਵਰ ਹੈਗੀਆਂ ਨੇ, ਮਾफ़ ਕਰਨ ਦੀਆਂ ਸ਼ਕਤੀਆਂ, ਜਿਹਦੇ ਵਿੱਚ ਪਾਰਡਨ, ਕਮਿਊਟੇਸ਼ਨ, ਰਿਮਿਸ਼ਨ, ਰਿਸਪਾਈਟ ਤੇ ਰਿਪਰੀਵ ਆ। ਪਾਰਡਨਿੰਗ ਦੇ ਵਿੱਚ ਰਾਸ਼ਟਰਪਤੀ ਮਾफ़ ਕਰ ਸਕਦਾ, ਕੀ ਮਾफ़ ਕਰ ਸਕਦਾ? ਕਿਸੇ ਦੀ ਸੈਂਟੈਂਸ ਤੇ ਕਿਸੇ ਦੇ ਦੋਸ਼। ਕਮਿਊਟੇਸ਼ਨ ਦੇ ਵਿੱਚ ਸਖਤ ਸਜ਼ਾ ਤੋਂ ਘਟਾ ਕੇ ਹਲਕੀ ਲਾਈਟਰ ਸਜ਼ਾ ਦੇ ਵਿੱਚ ਕਨਵਰਟ ਕਰ ਸਕਦਾ ਰਾਸ਼ਟਰਪਤੀ। ਰਿਮਿਸ਼ਨ ਦੇ ਵਿੱਚ ਸਜ਼ਾ ਦਾ ਨੇਚਰ ਘਟਾਏ ਬਿਨਾ, ਕਰੈਕਟਰ ਘਟਾਏ ਬਿਨਾ, ਕਰੈਕਟਰ ਚੇਂਜ ਕਰੇ ਬਿਨਾ ਉਹਦਾ ਪੀਰੀਅਡ ਘਟਾਇਆ ਜਾ ਸਕਦਾ। ਰਿਸਪਾਈਟ ਦੇ ਵਿੱਚ ਜੇ ਸਖਤ ਸਜ਼ਾ ਦਿੱਤੀ ਆ ਓਰੀਜਨਲੀ ਕੋਰਟ ਨੇ ਤਾਂ ਉਹਨੂੰ ਘੱਟ ਕਰ ਸਕਦਾ। ਰਿਪਰੀਵ ਦੇ ਵਿੱਚ ਜੋ ਸੈਂਟੈਂਸ ਦਿੱਤੀ ਹੈ, ਜੋ ਸਜ਼ਾ ਦਿੱਤੀ ਆ, ਉਸ ਦੀ ਐਗਜ਼ੀਕਿਊਸ਼ਨ ਦੇ ਉੱਤੇ ਸਟੇ ਲਾ ਸਕਦਾ। ਇਹ ਖਾਸ ਕਰਕੇ ਡੈਥ ਕੇਸਾਂ ਦੇ ਵਿੱਚ ਹੁੰਦਾ। ਰਾਸ਼ਟਰਪਤੀ ਦੇ ਕੋਲੇ 3 ਤਰ੍ਹਾਂ ਦੀਆਂ ਵੀਟੋ ਪਾਵਰਸ ਨੇ, ਐਬਸੋਲਿਊਟ ਵੀਟੋ, ਸਸਪੈਂਸ਼ਨ ਵੀਟੋ ਤੇ ਪਾਕਟ ਵੀਟੋ। ਐਬਸੋਲਿਊਟ ਵੀਟੋ ਉਦੋਂ ਯੂਜ਼ ਕੀਤੀ ਜਾਂਦੀ ਹੈ ਜਦੋਂ ਕਿਸੇ ਪ੍ਰਾਈਵੇਟ ਮੈਂਬਰ ਦੁਆਰਾ ਜਾਂ ਉਹ ਕੈਬਨਿਟ ਜੋ ਬਿੱਲ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਤਾ ਤੇ ਬਾਅਦ ਦੇ ਵਿੱਚ ਕੈਬਨਿਟ ਡਿਸੋਲਵ ਹੋ ਗਈ, ਕੈਬਨਿਟ ਭੰਗ ਹੋ ਗਈ, ਤਾਂ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਐਬਸੋਲਿਊਟ ਜੋ ਵੀਟੋ ਆ ਉਹ ਯੂਜ਼ ਕੀਤੀ ਜਾਂਦੀ ਹੈ। ਜੇਕਰ ਨਵੀਂ ਚੁਣੀ ਗਈ ਕੈਬਨਿਟ ਰਾਸ਼ਟਰਪਤੀ ਨੂੰ ਰਿਕਮੈਂਡ ਕਰੇ ਕਿ ਜੋ ਬਿੱਲ ਉਹਦੇ ਕੋਲ ਪੈਂਡਿੰਗ ਪਿਆ ਉਹਨੂੰ ਖਤਮ ਕਰ ਦਿੱਤਾ ਜਾਵੇ, ਡਿਸੋਲਵ ਕਰ ਦਿੱਤਾ ਜਾਵੇ, ਤਾਂ ਰਾਸ਼ਟਰਪਤੀ ਡਿਸੋਲਵ ਕਰ ਦਿੰਦਾ। ਸਸਪੈਂਸ਼ਨ ਵੀਟੋ ਦੇ ਵਿੱਚ ਜਦੋਂ ਰਾਸ਼ਟਰਪਤੀ ਪਾਰਲੀਮੈਂਟ ਦੁਆਰਾ ਪਾਸ ਕੀਤੇ ਗਏ ਕਿਸੇ ਵੀ ਬਿੱਲ ਨੂੰ ਰਿਕਮੈਂਡੇਸ਼ਨ ਦੇ ਲਈ ਦੁਬਾਰਾ ਵਾਪਸ ਭੇਜ ਦਿੰਦਾ, ਤਾਂ ਉਦੋਂ ਰਾਸ਼ਟਰਪਤੀ ਸਸਪੈਂਸ਼ਨ ਵੀਟੋ ਦੀ ਵਰਤੋਂ ਕਰ ਰਿਹਾ ਹੁੰਦਾ। ਜੇਕਰ ਪਾਰਲੀਮੈਂਟ ਸੇਮ ਜਾਂ ਕੁਝ ਚੇਂਜਸ ਕਰਕੇ ਬਿੱਲ ਦੁਬਾਰਾ ਪਾਸ ਕਰਦੇ, ਦੈਨ ਰਾਸ਼ਟਰਪਤੀ ਨੂੰ ਉਹ ਬਿੱਲ ਪਾਸ ਕਰਨਾ ਪੈਂਦਾ। ਪਾਕਟ ਵੀਟੋ ਦੇ ਵਿੱਚ ਰਾਸ਼ਟਰਪਤੀ ਦੇ ਕੋਲੇ ਕਿਉਂਕਿ ਕਿਸੇ ਬਿੱਲ ਨੂੰ ਪਾਸ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈਗੀ, ਤਾਂ ਪਾਕਟ ਵੀਟੋ ਦੇ ਵਿੱਚ ਰਾਸ਼ਟਰਪਤੀ ਜਦੋਂ ਬਿੱਲ ਨੂੰ ਨਾ ਪਾਸ ਕਰੇ ਨਾ ਵਾਪਸ ਕਰੇ, ਆਪਣੇ ਕੋਲ ਰੱਖ ਛੱਡੇ, ਤਾਂ ਉਸ ਵੀਟੋ ਨੂੰ ਪਾਕਟ ਵੀਟੋ ਕਿਹਾ ਜਾਂਦਾ। ਤਾਂ ਇਹ ਸੀ ਰਾਸ਼ਟਰਪਤੀ ਦੇ ਬਾਰੇ ਜੋ ਬਹੁਤ ਇੰਪੋਰਟੈਂਟ ਫੈਕਟਸ ਬਣਦੇ ਨੇ। ਉਹ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਗਲੋਬਲ ਝਾਤ ਚੈਨਲ ਦੇ ਨਾਲ ਜੁੜੇ ਰਹੋ, ਔਰ ਤੁਸੀਂ ਆਪਣੇ ਰਿਕਮੈਂਡੇਸ਼ਨਸ, ਆਪਣੇ ਸੁਝਾਅ, ਜੋ ਵੀ ਤੁਹਾਡੇ ਇਸ਼ੂਜ਼ ਨੇ ਜਾਂ ਜੋ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਹੋਰ ਹੋਣਾ ਚਾਹੀਦਾ ਇੰਪਰੂਵਮੈਂਟ ਵਗੈਰਾ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਂ ਮੇਲ 'ਤੇ globalchat@gmail.com 'ਤੇ ਸਾਨੂੰ ਭੇਜ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।